ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਤ੍ਰਿਸ਼ਨ ਬੁਝੇ ਮਮਤਾ ਗਏ, ਨਾਠੇ ਭੈ ਭਰਮਾ। ਥਿਤ ਪਾਏ ਆਨੰਦ ਭਇਆ, ਗੁਰ ਕੀਨੇ ਧਰਮਾ। ਤ੍ਰਿਸ਼ਨ ਬੁਝੇ ਮਮਤਾ ਗਏ, ਨਾਠੇ ਭੈ ਭਰਮਾ। ਥਿਤ ਪਾਏ ਆਨੰਦ ਭਇਆ, ਗੁਰ ਕੀਨੇ ਧਰਮਾ। ਗੁਰ ਪੂਰਾ ਆਰਾਧਿਆ, ਬਿਨ ਸੇ ਮੇਰੀ ਪੀਰਾ। ਤਨ ਮਨ ਸਭ ਸੀਤਲ ਭਇਆ, ਪਾਇਆ ਸੁਖ ਬੀਰ। ਰਹਾਉ ਸੋਵਤ ਹਰ ਜਪ ਜਾਗਿਆ, ਵੇਖਿਆ ਬਿਸਮਾਦ। ਪੀ ਅੰਮ੍ਰਿਤ ਤ੍ਰਿਪਤਾਸਿਆ, ਤਾਕਾ ਅਚਰਜ ਸਵਾਦ। ਆਪ ਮੁਗਤ ਸੰਗੇ ਤਰੇ, ਕੁਲ ਕੁਟੰਬ ਉਧਾਰੇ। ਸਫਲ ਸੇਵਾ ਗੁਰਦੇਵ ਕੀ, ਨਿਰਮਲ ਦਰਬਾਰੇ। ਨੀਚ ਅਨਾਥ ਅਜਾਨ ਮੈਂ, ਨਿਰਗੁਣ ਗੁਣਹੀਨ। ਨਾਨਕ ਕੋ ਕਿਰਪਾ ਭਏ, ਦਾਸ ਆਪਣਾ ਕੀਨਾ। ਨੀਚ ਅਨਾਥ ਅਜਾਨ ਮੈਂ, ਨਿਰਗੁਣ ਗੁਣਹੀਨ। ਨਾਨਕ ਕੋ ਕਿਰਪਾ ਭਈ, ਦਾਸ ਆਪਣਾ ਕੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਸਨ ਦਾਸ ਕਹਿ ਜਨ ਨਾਨਕ, ਦੇਹਾ ਤੂੰ ਕਰਾਏ। ਤੇਹਾ ਹਉ ਕਰੀ ਬਖਿਆਨ। ਦਸਨ ਦਾਸ ਕਹਿ ਜਨ ਨਾਨਕ, ਦੇਹਾ ਤੂੰ ਕਰਾਏ। ਤੇਹਾ ਹਉ ਕਰੀ ਬਖਿਆਨ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਨਿਵਾਜੇ, ਗੁਰੂ ਸਵਾਰੇ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਫੇਰ ਰਸਨਾ ਨੂੰ ਪਵਿੱਤਰ ਕਰੀਏ। ਗੁਰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਪਾਤਰ ਹੋ। ਜਿਸ ਗੁਰੂ ਕਿਰਪਾ ਸਤਿਗੁਰੂ ਰਹਿਮਤ ਦਾ ਸਦਕਾ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਵਾਇਮਾਨ ਹੋ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਨੂੰ ਸੁਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਗੁਰਸੰਗਤ ਜੀ, ਗੁਰੂ ਬਖਸ਼ਿਸ਼ ਤੋਂ ਬਿਨਾ, ਗੁਰੂ ਕਿਰਪਾ ਤੋਂ ਬਿਨਾ ਇਸ ਕਲਯੁਗ ਦੇ ਸਮੇਂ ਦੇ ਅੰਦਰ ਇਹ ਕੁਝ ਪ੍ਰਾਪਤ ਨਹੀਂ ਹੋ ਸਕਦਾ। ਅਸਲ ਵਿੱਚ
ਮਨੁੱਖ ਜਨਮ ਦੀ ਸਫਲਤਾ ਲਈ ਜੋ ਵੀ ਕੁਝ ਪ੍ਰਾਪਤ ਹੋਣਾ ਹੈ, ਇਹ ਸਭ ਕੁਝ ਗੁਰੂ ਕਿਰਪਾ ਨਾਲ ਹੀ ਹੁੰਦਾ ਹੈ, ਗੁਰੂ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਅੱਜ ਦਾ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦਾ ਉਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁਖ ਵਾਕ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਪ ਸੰਗਤਾਂ ਨੇ ਹੁਣੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਗੁਰੂ ਕੇ ਗ੍ਰੰਥੀ ਸਿੰਘ ਦੀ ਰਚਨਾ ਤੋਂ ਆਪ ਸੰਗਤਾਂ ਨੇ ਸ਼ਰਵਣ ਕੀਤਾ ਹੈ। ਇਸ ਅੱਜ ਦੇ ਪਵਿੱਤਰ ਆਏ ਹੋਏ ਮੁਖ ਵਾਕ ਦੀ ਪਾਵਨ ਵਿਚਾਰ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ, ਗੁਰੂ ਸੰਗਤਾਂ ਦੀ ਆਸੀਸ ਨਾਲ ਆਪਾਂ ਨੇ ਹਰ ਰੋਜ਼ ਦੇ ਨਿਯਤ ਸਮੇਂ ਦੇ ਅੰਦਰ ਰਹਿ ਕੇ ਇਸ ਨੂੰ ਵਿਚਾਰਨਾ ਅਤੇ ਸੁਣਨਾ ਹੈ। ਆਓ ਜਿੱਥੇ ਗੁਰੂ ਕੀ ਹਜ਼ੂਰੀ ਦੇ ਅੰਦਰ ਗੁਰੂ ਕਿਰਪਾ ਦੇ ਨਾਲ ਆਪ ਜੁੜ ਮਿਲ ਬੈਠੇ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਵੀ ਜਿੱਥੇ ਜਿੱਥੇ ਵੀ ਇਸ PTC ਚੈਨਲ ਰਾਹੀਂ ਘਰਾਂ ਅੰਦਰ ਬੈਠੇ ਇਸ ਪਾਵਨ ਗੁਰੂ ਦਰਬਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਗੁਰ ਸ਼ਬਦ ਦੇ ਵਿਚਾਰ ਨਾਲ ਜੁੜ ਰਹੇ ਹੋ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ, ਗੁਰੂ ਕੀਆਂ ਹੋਰ ਰਹਿਮਤਾਂ ਆਪਣੇ ਜੀਵਨ ਅੰਦਰ ਪ੍ਰਾਪਤ ਕਰੀਏ। ਇਹ ਜੋ ਅੱਜ ਦਾ ਪਵਿੱਤਰ ਸ਼ਬਦ ਹੈ, ਇਸ ਸ਼ਬਦ ਦੇ ਅੰਦਰ ਸਤਿਗੁਰੂ ਨੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੀ ਉਜਾਗਰ ਕੀਤੀਆਂ ਹਨ। ਸੰਸਾਰ ਦੇ ਅੰਦਰ ਤ੍ਰਿਸ਼ਨਾ ਬੜੀ ਪ੍ਰਬਲ ਹੈ। ਕੋਈ ਐਸਾ ਮਨੁੱਖ ਨਹੀਂ ਜਿਹੜਾ ਸੰਸਾਰ ਅੰਦਰ ਹਮੇਸ਼ਾ ਤ੍ਰਿਪਤੀ ਨਾ ਚਾਹੁੰਦਾ ਹੋਵੇ। ਹਰ ਮਨੁੱਖ ਤ੍ਰਿਪਤੀ ਚਾਹੁੰਦਾ ਹੈ। ਮਨੁੱਖ ਆਪਣੀ ਭੁੱਖ ਮਿਟਾਉਣ ਲਈ ਦੌੜ ਵਿੱਚ ਲੱਗਿਆ ਹੈ। ਇਹ ਗੱਲ ਵੱਖਰੀ ਹੈ। ਭੁੱਖ ਇੱਕ ਤਰ੍ਹਾਂ ਦੀ ਨਹੀਂ, ਭੁੱਖ ਅਨੰਤ ਤਰ੍ਹਾਂ ਦੀ ਹੈ। ਤ੍ਰਿਸ਼ਨਾ ਕਹਿ ਲਵੋ, ਤ੍ਰਿਸ਼ਨਾ ਇੱਕ ਤਰ੍ਹਾਂ ਦੀ ਨਹੀਂ, ਤ੍ਰਿਸ਼ਨਾ ਬਹੁਤ ਤਰ੍ਹਾਂ ਦੀ ਆ। ਇਹ ਤ੍ਰਿਸ਼ਨਾ ਨੂੰ ਬੁਝਾਉਣ ਲਈ ਹਰ ਮਨੁੱਖ ਦੀ ਦੌੜ ਹੈ। ਜਿੱਥੋਂ ਜਿੱਥੋਂ ਤੱਕ ਮਨੁੱਖ ਦੀ ਪਹੁੰਚ ਹੈ, ਜਿੱਥੇ ਜਿੱਥੇ ਕੋਈ ਮਨੁੱਖ ਖਲੋਤਾ ਹੈ, ਉਸ ਆਪਣੀ ਭੁੱਖ ਨੂੰ, ਤ੍ਰਿਸ਼ਨਾ ਨੂੰ ਮੇਟਣ ਲਈ ਮਨੁੱਖ ਯਤਨ ਵਿੱਚ ਲੱਗਿਆ ਹੋਇਆ ਹੈ। ਭਾਵੇਂ ਮਨੁੱਖ ਛੋਟਾ ਹੈ, ਭਾਵੇਂ ਕੋਈ ਰਾਜੇ ਮਹਾਰਾਜਿਆਂ ਤੱਕ ਹੈ, ਪਰ ਜਿਸ ਯਤਨ ਵਿੱਚ ਹੈ ਇਹ ਇਸ ਤ੍ਰਿਸ਼ਨਾ ਨੂੰ ਮੇਟਣ ਲਈ, ਤ੍ਰਿਪਤੀ ਲਈ, ਉਹ ਯਤਨ ਵਿੱਚ ਇਸ ਨੂੰ ਸਫਲਤਾ ਜਿਸ ਦੌੜ ਵਿੱਚ ਹੈ ਉਹ ਹੋ ਨਹੀਂ ਪੈਂਦੀ। ਅੱਜ ਤੱਕ ਕਿਸੇ ਨੂੰ ਇਸ ਵਿੱਚ ਸਫਲਤਾ ਹਾਸਲ ਨਹੀਂ ਹੋਈ। ਜੇ ਤ੍ਰਿਸ਼ਨਾ ਦੀ ਨਿਵਰਤੀ ਹੋਈ ਆ, ਕਿਸੇ ਨੂੰ ਰੱਜ ਆਇਆ ਤਾਂ ਗੁਰੂ ਕਿਰਪਾ ਨਾਲ ਹੋਇਆ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੈ, ਫਿਰ ਉਸ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਸਮਝ ਪੈ ਜਾਂਦੀ ਹੈ ਵੀ ਕਿੱਥੋਂ ਕੁ ਤੱਕ ਮੈਂ ਪਦਾਰਥਾਂ ਦੀ ਇਕੱਤਰਤਾ ਕਰਾਂਗਾ। ਜੀਵਨ ਦੇ ਅੰਦਰ ਇੰਨਾ ਕੁਝ ਇਕੱਠਾ ਕਰ ਲਿਆ, ਜੇ ਇਹਦੇ ਨਾਲ ਮੈਨੂੰ ਰੱਜ ਨਹੀਂ ਆਇਆ ਤੇ ਅੱਗੋਂ ਹੋਰ ਕੁਝ ਇਕੱਠਾ ਕਰ ਲਵਾਂਗਾ, ਫਿਰ ਕਿੱਥੋਂ ਮੈਨੂੰ ਰੱਜ ਆ ਜਾਵੇਗਾ। ਜੇ ਕੁਝ ਮਾਲਕ ਦੀ ਥੋੜੀ ਕਿਰਪਾ ਹੋਵੇ ਤਾਂ ਫਿਰ ਉਹ ਜੀਵਨ ਅੰਦਰ ਗੁਰੂ ਸਮਝ ਬਖਸ਼ ਦਿੰਦਾ ਹੈ ਵੀ ਬੜਾ ਕੁਝ ਕੀਤਾ ਹੈ। ਤ੍ਰਿਸ਼ਨਾ ਨੂੰ ਬੁਝਾਉਣ ਲਈ ਪਾਪ ਬੜੇ ਕੀਤੇ ਹਨ, ਧਨ ਦੌਲਤ ਪਦਾਰਥ ਬੜੇ ਇਕੱਠੇ ਕੀਤੇ ਨੇ, ਪਰ ਇਹ ਕਾਸੇ ਵਿੱਚ ਤ੍ਰਿਸ਼ਨਾ ਬੁਝੀ ਨਹੀਂ, ਅੱਗੇ ਵੱਧਦੀ ਜਾ ਰਹੀ ਆ। ਗੁਰਬਾਣੀ ਦਾ ਪਾਵਨ ਫਰਮਾਨ ਹੈ, ਤ੍ਰਿਸ਼ਨਾ ਬੁਝ ਨਹੀਂ ਸਕਦੀ। ਮੇਰੇ ਸਤਿਗੁਰੂ ਦੇ ਅੰਮ੍ਰਿਤ ਬਚਨ ਹਨ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੇ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੂਝੀ ਹੈ। ਸਤਿਗੁਰੂ ਸਾਹਿਬ ਜੀ ਪਾਵਨ ਬਾਣੀ ਚ ਕਹਿੰਦੇ ਨੇ, ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਸ਼ੈ ਪਾਵੈ। ਤ੍ਰਿਪਤੀ ਕਦਾਚਿਤ ਨਹੀਂ ਆ ਸਕਦੀ ਹੈ, ਅੱਗੇ ਤੋਂ ਅੱਗੇ ਦੌੜ ਵੱਧਦੀ ਹੈ।
ਜਦ ਕੁਝ ਉਹਦੀ ਕਿਰਪਾ ਹੋ ਜਾਵੇ ਫਿਰ ਮਨੁੱਖ ਨੂੰ ਸਮਝ ਪੈਂਦੀ ਆ ਵੀ ਇੰਨਾ ਕੁਝ ਕੀਤਾ ਇਕੱਠਾ, ਤ੍ਰਿਪਤੀ ਹੋਈ ਨਹੀਂ, ਇਹਨੂੰ ਕਿਵੇਂ ਬੁਝਾਇਆ ਜਾਵੇ, ਇਹਨੂੰ ਕਿਵੇਂ ਨਿਵਰਤ ਕੀਤਾ ਜਾਵੇ। ਫਿਰ ਕੁਝ ਸਿਆਣਿਆਂ ਦੀ ਸੰਗਤ, ਗੁਰੂ ਕਿਰਪਾ ਨਾਲ ਫਿਰ ਕੁਝ ਜੀਵਨ ਵਿੱਚ ਸਮਝ ਪੈਂਦੀ ਹੈ। ਫਿਰ ਜੋ ਕੁਝ ਕਾਸੇ ਵਿੱਚ ਦੌੜ 'ਚ ਲੱਗਿਆ ਉਧਰੋਂ ਫਿਰ ਉਹ ਹਟ ਜਾਂਦਾ ਹੈ। ਫਿਰ ਗੁਰੂ ਕਿਰਪਾ ਨਾਲ ਟਿਕਾ ਪ੍ਰਾਪਤ ਹੋ ਜਾਂਦਾ ਹੈ। ਜ਼ਿਕਰ ਆਉਂਦਾ ਹੈ ਇੱਕ ਬਹੁਤ ਵੱਡਾ ਦੁਨੀਆ ਦਾ ਬਾਦਸ਼ਾਹ, ਜਿਸ ਨੇ ਤ੍ਰਿਸ਼ਨਾ ਨੂੰ ਬੁਝਾਉਣ ਲਈ, ਤ੍ਰਿਪਤੀ ਪ੍ਰਾਪਤ ਕਰਨ ਵਾਸਤੇ ਬੜੇ ਪਾਪ ਕੀਤੇ, ਬੜੇ ਜ਼ੁਲਮ ਕੀਤੇ, ਬੜੇ ਮੁਲਕਾਂ ਤੇ ਹਮਲੇ ਕੀਤੇ, ਬਹੁਤ ਮੁਲਕਾਂ ਦਾ ਧਨ ਦੌਲਤ, ਹੀਰੇ ਰਤਨ ਜਵਾਹਰ, ਬੜਾ ਕੁਝ ਇਕੱਠਾ ਕੀਤਾ। ਕਰਦਿਆਂ ਕਰਦਿਆਂ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਬਤੀਤ ਕਰ ਲਿਆ। ਇਕੱਤਰਤਾ ਵੀ ਬੜੀ ਹੋ ਗਈ ਤੇ ਪਰ ਮਨ ਦੇ ਅੰਦਰ ਕੁਝ ਕੁ ਸਮਝ ਆਈ, ਮਨਾ ਕਿੰਨੇ ਜ਼ੁਲਮ ਕੀਤੇ ਨੇ, ਕਿਤਨੇ ਪਾਪ ਕੀਤੇ ਆ, ਕੁਝ ਇਕੱਠਾ ਕਰਨ ਲਈ ਸਾਰਾ ਕੁਝ ਇਕੱਠਾ ਕੀਤਾ ਪਿਆ, ਪਰ ਤ੍ਰਿਪਤੀ ਨਹੀਂ, ਰੱਜ ਨਹੀਂ। ਅੱਗੇ ਤੋਂ ਅੱਗੇ ਹੋਰ ਦੌੜ ਵਧੀ ਆ। ਇਹ ਤ੍ਰਿਪਤੀ ਕਿਵੇਂ ਆਵੇ? ਇੱਕ ਕੋਈ ਸੰਤੋਖੀ ਪੁਰਖ ਸੀ, ਲੋਕ ਉਹਦਾ ਬੜਾ ਸਤਿਕਾਰ ਕਰਦੇ ਸਨ, ਬੜਾ ਤਿਆਗੀ ਬਰਾਗੀ ਸੀ, ਬੜੇ ਲੋਕ ਉਹਦੇ ਕੋਲ ਜਾਂਦੇ ਸਨ, ਪਰ ਉਹਦੇ ਕੋਲ ਕੁਝ ਨਹੀਂ ਸੀ। ਬੜੀ ਸਾਦਗੀ ਵਾਲੇ ਕੱਲੇ ਸਰੀਰ ਤੇ ਬਸਤਰ ਰੱਖਦਾ ਸੀ, ਨਾ ਕੋਈ ਉਹਦਾ ਘਰ ਸੀ, ਨਾ ਮਕਾਨ ਸੀ, ਨਾ ਕੁਝ ਕੋਲ ਸੀ। ਜਿੱਥੋਂ ਪ੍ਰਸ਼ਾਦੇ ਦੋ ਪ੍ਰਾਪਤ ਹੋ ਜਾਂਦੇ ਉਹੀ ਹੱਥ ਤੇ ਪ੍ਰਾਪਤ ਕਰਕੇ ਛਕ ਲੈਂਦਾ। ਮਨ ਅੰਦਰ ਸੰਤੋਖ ਧਾਰ ਕੇ ਆਪਣੇ ਜੀਵਨ ਵਿੱਚ ਆਨੰਦ ਮਾਣਦਾ। ਬੜੇ ਲੋਕ ਉਹਦੇ ਕੋਲ ਜੀਵਨ ਦਾ ਆ ਕੇ ਲਾਭ ਪ੍ਰਾਪਤ ਕਰਦੇ ਸਨ। ਇੱਕ ਦਿਨ ਉਹੀ ਸਮਰਾਟ, ਇੱਕ ਬਾਦਸ਼ਾਹ ਹੋਈ, ਉਸ ਸੰਤੋਖੀ ਪੁਰਸ਼ ਦੇ ਕੋਲ ਆਇਆ। ਆ ਕੇ ਉਸ ਸਾਧੂ ਨੂੰ, ਉਸ ਫਕੀਰ, ਉਸ ਸੰਤ ਨੂੰ ਕਹਿਣ ਲੱਗਿਆ, ਸੰਤ ਜੀ ਤੁਸੀਂ ਬੜੇ ਆਨੰਦ ਵਿੱਚੋਂ, ਮੈਨੂੰ ਪ੍ਰਤੀਤ ਹੁੰਦਾ, ਮਹਿਸੂਸ ਹੁੰਦਾ ਵੀ ਤੁਸੀਂ ਬੜੇ ਸੁਖ ਵਿੱਚੋਂ ਜਿੱਥੇ ਵੀ ਬੈਠੇ ਹੋ, ਤੇ ਮੇਰੇ ਕੋਲ ਬੜਾ ਕੁਝ ਆ, ਮੈਂ ਬੜਾ ਕੁਝ ਇਕੱਠਾ ਕੀਤਾ, ਬੜੇ ਰਤਨ ਜਵਾਹਰ ਧਨ ਦੌਲਤ, ਬੜੇ ਮੁਲਕਾਂ ਦਾ ਸਭ ਕੁਝ ਮੈਂ ਖੋਇਆ, ਬੜੇ ਮੁਲਕਾਂ ਤੇ ਜਿੱਤ ਹਾਸਲ ਕੀਤੀ ਆ, ਪਰ ਮੈਨੂੰ ਆਨੰਦ ਨਹੀਂ, ਨਾ ਹੀ ਟਿਕਾਏ, ਨਾ ਹੀ ਸੁਖਾ, ਨਾ ਹਲੇ ਤ੍ਰਿਪਤੀ ਆ। ਆਪ ਕਿਰਪਾ ਕਰੋ, ਇਹਦੇ ਵੱਲੋਂ ਮੈਨੂੰ ਕਿਵੇਂ ਸੁਖ ਪ੍ਰਾਪਤ ਹੋਵੇ, ਕਿਵੇਂ ਮੈਂ ਰੱਜਾਂ, ਕਿਵੇਂ ਤ੍ਰਿਸ਼ਨਾ ਬੁਝੇ। ਬਹੁਤ ਕੁਝ ਇਕੱਠਾ ਕਰ ਲਿਆ। ਅੱਗੋਂ ਉਹ ਸਾਧੂ ਸੰਤ ਪਰਉਪਕਾਰੀ ਸਨ, ਦੇਖਿਆ ਵੀ ਹੁਣ ਇਹ ਬਿਲਕੁਲ ਅੰਦਰੋਂ ਬੇਨਤੀ ਕਰ ਰਿਹਾ, ਹੰਭ ਗਿਆ ਸਭ ਕੁਝ ਕਰਕੇ। ਤੇ ਅੱਗੋਂ ਫਿਰ ਉਹ ਫਕੀਰ, ਉਹ ਸੰਤ ਕਹਿਣ ਲੱਗੇ, ਬਾਦਸ਼ਾਹ ਫਿਰ ਇੱਕ ਬਚਨ ਮੰਨਣਾ ਪਵੇਗਾ, ਮੈਂ ਜੋ ਕੁਝ ਕਰਾਂ ਉੱਤਰ ਤੈਨੂੰ ਦੇਵਾਂਗਾ, ਤ੍ਰਿਪਤੀ ਹੋਵੇਗੀ, ਤੇ ਪਰ ਤੈਂ ਮੇਰੇ ਕਰਨੇ ਨੂੰ ਦੇਖ ਕੇ ਕੁਝ ਬੋਲਣਾ ਨਹੀਂ ਹੋਵੇਗਾ। ਮੈਂ ਜੋ ਕੁਝ ਕਰਾਂਗਾ, ਆ ਮੇਰੇ ਨਾਲ ਚੱਲ ਕੱਲਾ। ਥੋੜੀ ਦੂਰ ਸ਼ਹਿਰ ਤੋਂ ਬਾਹਰ ਆਪਾਂ ਚੱਲਦੇ ਆ, ਇੱਕ ਖੂਹ ਦੇ ਕਿਨਾਰੇ ਤੇ। ਮੈਂ ਉੱਥੇ ਜਾ ਕੇ ਜੋ ਕੁਝ ਕਰਾਂਗਾ, ਬਾਦਸ਼ਾਹ ਤੂੰ ਵਚਨ ਦੇ, ਤੈਂ ਕੁਝ ਬੋਲਣਾ ਨਹੀਂ ਹੋਵੇਗਾ। ਕਹਿਣ ਲੱਗਿਆ, ਮੈਂ ਵਚਨ ਦਿੱਤਾ, ਮੈਂ ਕੁਝ ਨਹੀਂ ਬੋਲਾਂਗਾ। ਕਹਿੰਦੇ ਉਹ ਜਿਹੜੇ ਫਕੀਰ ਸਾਧੂ ਮਹਾਤਮਾ ਸਨ ਇੱਕ ਖੂਹ ਦੇ ਕਿਨਾਰੇ ਤੇ ਚਲੇ ਗਏ, ਨਾਲ ਬਾਦਸ਼ਾਹ ਚਲਿਆ ਗਿਆ। ਖੂਹ ਦੇ ਕਿਨਾਰੇ ਤੇ ਜਾ ਕੇ ਕੀ ਕਰਨ ਲੱਗੇ, ਇੱਕ ਬਾਲਟੀ, ਉਹਦੇ ਨਾਲ ਇੱਕ ਰੱਸੀ ਬੰਨੀ ਹੋਈ ਆ। ਮਹਾਤਮਾ ਨੇ ਖੂਹ ਦੇ ਵਿੱਚ ਬਾਲਟੀ ਵਹਾਈ, ਖਿੱਚੀ, ਤੇ ਫਿਰ ਦੁਬਾਰਾ ਵਹਾ ਦਿੱਤੀ, ਫਿਰ ਖਿੱਚੀ। ਇੱਕ ਵਾਰੀ ਨਹੀਂ, 10-12 ਵਾਰੀ ਜਦੋਂ ਬਾਲਟੀ ਵਹਾਈ ਮਹਾਤਮਾ ਨੇ, ਪਰ ਉਹਦੇ 'ਚ ਪਾਣੀ ਕੁਝ ਨਾ ਆਵੇ। ਤੇ ਮਹਾਤਮਾ ਵਹਾਈ ਜਾ ਰਿਹਾ, ਫਿਰ ਖੂਹ 'ਚ ਸਿੱਟ ਦਿੰਦਾ ਬਾਲਟੀ ਨੂੰ, ਫਿਰ ਖਿੱਚ ਲੈਂਦਾ ਬਾਹਰ। ਰਹਿ ਨਹੀਂ ਸਕਿਆ। ਬਾਦਸ਼ਾਹ ਕਹਿਣ ਲੱਗਿਆ, ਮਹਾਤਮਾ ਜੀ ਮੈਂ ਜੋ ਪਰਨ ਕੀਤਾ ਸੀ ਹੁਣ ਤੋੜਨ ਲੱਗਿਆ, ਖਿਮਾ ਕਰ ਦੇਣੀ। ਤੁਸੀਂ ਕਿਹਾ ਸੀ ਬੋਲਣਾ ਨਾ, ਪਰ ਬੋਲਣ ਨੂੰ ਮਜਬੂਰ ਹੋ ਰਹੇ ਆ। ਜਿਹੜਾ ਮੇਰਾ ਪਹਿਲਾ ਸਵਾਲ ਸੀ, ਪ੍ਰਸ਼ਨ ਸੀ ਵੀ ਤ੍ਰਿਸ਼ਨਾ ਨਹੀਂ ਨਿਵਰਤ ਹੁੰਦੀ, ਮੇਰੀ ਰੱਜ ਨਹੀਂ ਆਉਂਦਾ, ਆਹ ਤਾਂ ਨਵਾਂ ਸਵਾਲ ਮੇਰੇ ਮਨ ਦੇ ਅੰਦਰ ਹੋਰ ਖੜਾ ਹੋ ਗਿਆ ਤੁਹਾਨੂੰ ਦੇਖ ਕੇ। ਕਹਿਣ ਲੱਗੇ ਬਾਦਸ਼ਾਹ ਨੂੰ, ਮਹਾਤਮਾ ਕਹਿਣ ਲੱਗੇ, ਕਿਉਂ ਪਰਨ ਤੋੜ ਰਿਹਾ, ਚੁੱਪ ਰਹਿ। ਉਹ ਕਹਿਣ ਲੱਗਿਆ, ਨਹੀਂ ਹੁਣ ਮੈਂ ਚੁੱਪ ਨਹੀਂ ਰਹਿ ਸਕਾਂਗਾ,
ਮਹਾਤਮਾ ਜੀ ਭਾਵੇਂ ਆ ਤੁਸੀਂ 10-12 ਵਾਰੀ ਬਾਲਟੀ ਖੂਹ ਵਿੱਚ ਵਹਾਈ ਆ, ਇੰਨੇ ਵਾਰੀ ਕਿ ਤੁਸੀਂ ਭਾਵੇਂ 100 ਵਾਰੀ ਖੂਹ 'ਚ ਵਹਾ ਦਿਓ, ਇਹਨੇ ਭਰਨਾ ਨਹੀਂ, ਕਿਉਂਕਿ ਬਾਲਟੀ ਦਾ ਥੱਲਾ ਟੁੱਟਿਆ ਹੋਇਆ ਹੈ। ਤੁਸੀਂ ਪਾਣੀ ਕੱਢਣਾ ਚਾਹੁੰਦੇ ਹੋ, ਇਹਦਾ ਥੱਲਾ ਟੁੱਟਿਆ ਹੈ। ਤੁਸੀਂ 10-12 ਵਾਰੀ ਮੇਰੇ ਸਾਹਮਣੇ ਬਾਲਟੀ ਵਹਾ ਦਿੱਤੀ ਆ, ਫੇਰ ਥੱਲੇ ਸਿੱਟ ਦਿੰਦੇ ਹੋ। ਬਾਦਸ਼ਾਹ ਕਹਿਣ ਲੱਗਿਆ ਮਹਾਤਮਾ ਇਹ ਬਾਲਟੀ ਦਾ ਥੱਲਾ ਟੁੱਟਿਆ ਹੈ, ਭਾਵੇਂ ਸੈਂਕੜੇ ਵਾਰੀ ਤੁਸੀਂ ਬਾਲਟੀ ਖੂਹ 'ਚ ਵਹਾ ਲਓ, ਕਿਉਂ ਤੁਸੀਂ ਵਹਾਈ ਜਾ ਰਹੇ ਹੋ? ਮੇਰਾ ਨਵਾਂ ਮਨ 'ਚ ਸਵਾਲ ਹੋ ਗਿਆ। ਅੱਗੋਂ ਮਹਾਤਮਾ ਖਿੜਖੜਾ ਕੇ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਬਸ ਤੇਰੇ ਪ੍ਰਸ਼ਨ ਦਾ ਇਹੋ ਹੀ ਉੱਤਰ ਹੈ, ਜਿਹੜਾ ਤੂੰ ਕਹਿਣਾ ਮੈਨੂੰ ਰੱਜ ਨਹੀਂ ਆਇਆ, ਤ੍ਰਿਸ਼ਨਾ ਨਹੀਂ ਮੇਰੀ ਬੁਝੀ, ਇੰਨੇ ਮੁਲਕਾਂ ਤੇ ਹਮਲੇ ਕੀਤੇ, ਇੰਨਾ ਕੁਝ ਇਕੱਠਾ ਕਰ ਲਿਆ। ਮਹਾਤਮਾ ਹੱਸ ਕੇ ਕਹਿਣ ਲੱਗੇ, ਬਾਦਸ਼ਾਹ ਤੇਰਾ ਵੀ ਸੰਤੋਖ ਰੂਪ ਥੱਲਾ ਟੁੱਟਿਆ ਹੋਇਆ, ਤੂੰ ਭਾਵੇਂ ਜਿੰਨੇ ਮਰਜ਼ੀ ਮੁਲਕਾਂ ਤੇ ਹਮਲੇ ਕੀਤੇ, ਹੋਰ ਹਮਲੇ ਕਰ ਲਾ, ਜਿੰਨਾ ਮਰਜ਼ੀ ਤੂੰ ਅੱਗੇ ਤੋਂ ਕੁਝ ਇਕੱਠਾ ਕਰੀ ਚੱਲ, ਜਿੰਨਾ ਚਿਰ ਸੰਤੋਖ ਰੂਪ ਥੱਲਾ ਤੇਰਾ ਸਾਬਤ ਨਹੀਂ ਹੋਵੇਗਾ, ਉਹਨਾਂ ਚਿਰ ਤੈਨੂੰ ਰੱਜ ਨਹੀਂ ਪ੍ਰਾਪਤ ਹੋਵੇਗਾ। ਪਿਆਰਿਆ ਸੰਤੋਖ ਧਾਰਨ ਕਰ ਲਾ ਤੇ ਫਿਰ ਤੈਨੂੰ ਰੱਜ ਆ ਜਾਵੇਗਾ। ਮੇਰੇ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ, ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਮਨੁੱਖ ਦੇ ਕੀਤੇ ਨਹੀਂ ਤਾਂ ਸਾਰੇ ਯਤਨ ਬੇਅਰਥ ਹਨ। ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਬੋਲ ਹਨ, ਤ੍ਰਿਸ਼ਨਾ ਵੱਡਿਆਂ ਵੱਡਿਆਂ ਦੀ ਬੁਝੀ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਨਾ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਂਧਣ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜੇ ਮਨੁੱਖ ਕਹੇ ਅੱਗ ਦੇ ਉੱਤੇ ਲੱਕੜਾਂ ਹੋਰ ਪਾਈ ਜਾਵੇ ਤੇ ਕਹਦੇ ਇੰਨੀਆਂ ਕੁ ਪਾਤੀਆਂ ਮੈਂ ਅੱਗ ਰੱਜ ਜਾਊਗੀ, ਨਹੀਂ ਰੱਜੇਗੀ। ਜਿੰਨੀਆਂ ਲੱਕੜਾਂ ਅੱਗ ਦੇ ਉੱਤੇ ਪਾਊ ਉਹਨੇ ਵੱਧ ਭਾਂਬੜ ਮੱਚਣਗੇ। ਅੱਗ ਕਦੇ ਰੱਜਦੀ ਨਹੀਂ ਲੱਕੜਾਂ ਦੇ ਨਾਲ। ਇਸੇ ਤਰ੍ਹਾਂ ਮਨੁੱਖ ਨਾ ਵਿਸ਼ਿਆਂ ਨਾਲ, ਨਾ ਧਨ ਦੌਲਤ ਨਾਲ, ਨਾ ਪਦਾਰਥ ਨਾਲ ਕਿਸੇ ਤਰ੍ਹਾਂ ਰੱਜ ਨਹੀਂ ਸਕਦਾ ਹੈ। ਰੱਜ ਕਿਵੇਂ ਆਵੇਗਾ? ਜਦੋਂ ਗੁਰੂ ਦੀ ਕਿਰਪਾ ਹੋ ਜਾਵੇਗੀ। ਮੇਰੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਜਦੋਂ ਮਨੁੱਖ ਨੂੰ ਇਹ ਕੁਝ ਸਮਝ ਪੈ ਜਾਵੇਗੀ ਨਾ ਵੀ ਅਸਲ ਜਿਹੜਾ ਜੀਵਨ ਹੈ ਉਹ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ। ਨਾਮ ਜਪ ਕੇ ਇਸ ਦੀ ਵੀ ਤ੍ਰਿਪਤੀ ਪ੍ਰਾਪਤ ਹੋ ਸਕਦੀ ਆ। ਤ੍ਰਿਸ਼ਨਾ ਫੇਰ ਹੀ ਬੁਝ ਸਕਦੀ ਆ, ਕਿਉਂਕਿ ਸਤਿਗੁਰੂ ਜੀ ਬਾਣੀ 'ਚ ਕਹਿੰਦੇ ਨੇ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਸਤਿਗੁਰੂ ਕਿਰਪਾ ਕਰਨ, ਪਾਵਨ ਸ਼ਬਦ ਦੀ ਵਿਚਾਰ, ਸ਼ਬਦ ਦੇ ਰੰਭਤਾ ਤੋਂ ਸ਼ਰਵਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਤ੍ਰਿਸ਼ਨ ਬੁਝੇ ਮਮਤਾ ਗਏ, ਨਾਠੇ ਪੈ ਭਰਮਾ। ਇਹ ਪਾਵਨ ਪਵਿੱਤਰ ਸ਼ਬਦ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਬਿਲਾਵਲ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 814 ਅੰਕ ਦੇ ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਤ੍ਰਿਸ਼ਨ ਬੁਝੀ ਮਮਤਾ ਗਈ। ਇੱਥੇ ਜਿਹੜਾ ਬੁਝੀ ਸ਼ਬਦ ਹੈ ਗੁਰਸੰਗਤ ਜੀ, ਇਹ ਵੀ ਧਿਆਨ ਦੇਣ ਦੀ ਲੋੜ ਹੈ। ਸ਼ਬਦ ਬੁਝੀ ਹੈ, ਬੁੱਝੀ ਨਹੀਂ। ਉਚਾਰਨ ਵਿੱਚ ਪ੍ਰਕਰਨ ਮੁਤਾਬਕ ਹੀ ਉਚਾਰਨ ਦਾ ਫਰਕ ਪੈ ਜਾਂਦਾ ਹੈ। ਜਿਵੇਂ ਆਪਾਂ ਜਪਜੀ ਸਾਹਿਬ ਜੀ ਦੇ ਅੰਦਰ ਪਾਠ ਕਰਦੇ ਹਾਂ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਉੱਥੇ ਸਮਝਣ ਤੋਂ ਭਾਵ ਹੈ, ਉੱਥੇ ਬੁੱਝੈ ਕਸ ਕੇ ਪਾਠ ਹੈ ਉਹਦਾ ਉਚਾਰਨ। ਜੇ ਉੱਥੇ ਨਾਨਕ ਹੁਕਮੈ ਜੇ ਬੁਝੈ ਕਰ ਦੇਵਾਂਗੇ ਤਾਂ ਅਨਰਥ ਹੋ ਜਾਵੇਗਾ। ਇਸੇ ਤਰ੍ਹਾਂ ਜਿੱਥੇ ਤ੍ਰਿਸ਼ਨਾ ਦਾ ਪ੍ਰਕਰਨ ਹੋਵੇਗਾ ਉੱਥੇ ਪਾਠ ਬਹੁਤ ਪੋਲਾ ਉਚਾਰਨ ਹੋਵੇਗਾ। ਜਿਸ ਤਰ੍ਹਾਂ ਬੁਝੀ, ਬੁਝੈ, ਤ੍ਰਿਸ਼ਨਾ ਬੁਝੈ। ਹੁਣ ਜਿਹੜਾ ਬੁਝੈ ਸ਼ਬਦ ਆ ਤੇ ਬੁਝੈ ਉਹਦੇ ਸਪੈਲਿੰਗ ਇੱਕੋ ਹੀ ਨੇ, ਉਹੀ ਲਗਾ ਮਾਤਰਾ ਨੇ। ਪਰ ਪ੍ਰਕਰਨ ਮੁਤਾਬਕ ਜਿੱਥੇ ਤ੍ਰਿਸ਼ਨਾ ਦਾ ਪ੍ਰਕਰਨ ਆ ਗਿਆ ਉੱਥੇ ਬੁਝੈ ਉਚਾਰਨ ਹੋਵੇਗਾ। ਤ੍ਰਿਸ਼ਨਾ ਬੁਝੈ।
जिवें नानक हुक्म है जे बुझै, ते जे इसे तरह तृष्णा बुझै कर देवांगे तां फिर अनर्थ हो जाएगा। उच्चारण करन लगियां ये ख्याल रखना है। मेरे सतगुरु जी कहते ने तृष्ण बुझी ममता गई नाठे भै भरमा। हे भाई गुरु बख्शिश नाल गुरु कृपा नाल हुण साडी तृष्णा बुझ गई है, तृष्णा दी अग निवृत्त हो गई है, तृप्ति प्राप्त हो गई आ। ममता गई, हुण ममता भी चली गई। ममता मैं अपनत मेर मैं ये सौखिया नहीं जाती है, मैं बहुत औखियां जाती आ। मनुख और सब कुछ छड्ड सकदा है, पर जिहड़ी मैं है ना ये छड्डनी बहुत औखी आ। एक बारी कहंदे एक मनुख ने सब कुछ छड्ड दिता, बड़ा त्यागी बन गया। कहंदे सब कुछ छड्ड के भगवान दे दरबार विच ओहदी पहुंच हो गई, ते जदों ओहदे द्वार दे उत्ते पहुंचिया मालिक दे परमेश्वर दे द्वारे ते अगे जदों प्रवेश करन लग्या, जिहड़े मालिक दे द्वार दे उत्ते दुरवानची सन, पहरेदार सन, उन्हें रोक दिता अंदर जाण तों। कहंदे भी अंदर नहीं जा सकदा तू। कहंदा क्यों नहीं जा सकदा अंदर? कहण लगे पहला छड्ड के आ। कहण लगे मैं तो सब कुछ छड्ड आया, मैं घर छड्ड दिता, मैं अपने पुत्र धीआं परिवार घरवाली सब कुछ छड्ड दिता, मैं अपनी जायदाद छड्ड दिती, धन दौलत छड्ड दिती, सब कुछ छड्ड दिता है, ते तू कहना छड्ड के आ। मैं सब कुछ छड्ड दिता है। कहण लगे फिर मैं नहीं ना छड्डी, जिन्ना चिर मैं नहीं छड्ड के आउंदा उन्ना चिर अगे प्रवेश नहीं कर सकदा। जदों मैं छड्ड दिती फिर सदा ही उत्थे प्रवेशता है, उत्थे सदा ही पहुंच है। भगत रविदास जी दे भी पावन वचन ਹਨ, जब हम होते तब तू नाही, अब तू ही मैं नाही। हे मालिक जदों मेरे विच मैं सी उदों तेरी प्राप्ति नहीं, उदों तू साक्षात नहीं सी, अब तू ही मैं नाही। हे वाहिगुरु हुण मेरे च मैं नहीं है, हुण तू है, हुण तू साक्षात हो आया है, हुण तां तू प्रगट हो आया है। इसलिए जिन्ना चिर मैं है उन्ना चिर ओदी प्राप्ति नहीं, पर मैं छड्डनी बहुत औखी आ और सब कुछ छड्डिया जा सकता है। तो जदों ओदी किरपा हो जावे फिर मैं तो भी खैड़ा छुट जाता है, फिर अवस्था बन जाती है कबीर तू तू करता तू हुआ मुझ में रहा ना हूं, जब आपा पर का मिट गया जत देखा तत तू। इस वास्ते समर्थ गुरु जी बख्शिश करते ने तृष्ण बुझी ममता गई, मैं अपनत मेर मैं चली गई है, नाठे भै भरमा। हुण जिहड़े भै सी डर सी वो भी नस गए ने। विद्वानां ने 7 प्रकार का भै कथन किया है। जय भै परलोक भै जन्म वेदना जात, अन रखिया अरगुप्त भै अक्स मात्र भै सात। ये 7 तरह का भै भी नाठे भै